ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਓ ਗੁਰੂ ਪਿਆਰੀ ਸਾਧ ਸੰਗਤ ਜੀਓ, ਸੰਗਤ ਰੂਪ ਦੇ ਵਿੱਚ ਜੁੜ ਕੇ ਹਰ ਰੋਜ਼ ਦੀ ਤਰ੍ਹਾਂ ਸਤਿਗੁਰਾਂ ਦੀ ਬਾਣੀ ਦੀ ਵਿਚਾਰ ਕਰੀਏ, ਸਤਿਗੁਰਾਂ ਦੇ ਉਪਦੇਸ਼ ਨੂੰ ਸਮਝੀਏ, ਮੰਨੀਏ, ਕਮਾਉਣ ਦੀ ਕੋਸ਼ਿਸ਼ ਕਰੀਏ। ਆਪਾਂ ਵਿਚਾਰ ਰਹੇ ਹਾਂ ਸਤਿਗੁਰਾਂ ਦੀ ਬਾਣੀ ਗੌੜੀ ਰਾਗ ਦੇ ਵਿੱਚ ਮਹੱਲੇ ਪਹਿਲੇ ਦੀ ਬਾਣੀ ਅਸ਼ਟਪਦੀਆਂ ਦੀ ਵਿਚਾਰ ਕਰ ਰਹੇ ਹਾਂ। ਕੱਲ ਆਪਾਂ ਵਿਚਾਰ ਰਹੇ ਸੀ ਕਿ ਜਿਨ੍ਹਾਂ ਦੇ ਹਿਰਦੇ ਦੇ ਵਿੱਚ ਮਾਲਕ ਵਸ ਜਾਂਦਾ ਹੈ, ਪ੍ਰੇਮ ਦੇ ਨਾਲ ਨਿਵਾਸ ਹੋ ਜਾਂਦਾ ਹੈ, ਮਨ ਮਾਲਕ 'ਚ ਵਸਦਾ ਹੈ ਤੇ ਮਾਲਕ ਮਨ ਵਿੱਚ ਵਸ ਜਾਂਦਾ ਹੈ, ਮਨ ਉਸ ਦੇ ਵਿੱਚ ਵਸਦਾ ਹੈ, ਪ੍ਰੇਮ ਪੈ ਜਾਂਦਾ ਹੈ। ਐਸੇ ਜੀਵਾਂ ਤੋਂ ਅਸੀਂ ਬਲਿਹਾਰੇ ਜਾਂਦੇ ਹਾਂ। ਸਾਚ ਹਿਰਦੈ ਸੱਚ ਪ੍ਰੇਮ ਨਿਵਾਸ, ਪ੍ਰਣਵਤ ਨਾਨਕ ਹਮ ਤਾਕੇ ਦਾਸ। ਇੱਥੇ ਤੱਕ ਆਪਾਂ ਵਿਚਾਰ ਕੀਤੀ ਸੀ ਕੱਲ। ਆਓ ਅਗਲੇ ਸ਼ਬਦ ਦੀ ਵਿਚਾਰ ਕਰਦੇ ਹਾਂ। ਗੌੜੀ ਰਾਗ ਦੇ ਵਿੱਚ ਮਹੱਲੇ ਪਹਿਲੇ ਦਾ ਸ਼ਬਦ ਹੈ ਅਸ਼ਟਪਦੀਆਂ। ਰਹੋ ਪੰਕਤੀਆਂ ਨੇ, ਐਸਾ ਗਰਭ ਬੁਰਾ ਸੰਸਾਰ ਹੈ। ਇਹ ਜੋ ਹਉਮੈ ਹੈ, ਹੰਕਾਰ ਹੈ, ਜੋ ਸੰਸਾਰ ਦੇ ਵਿੱਚ ਹੰਕਾਰ ਹੈ, ਇਹ ਬੁਰਾ ਹੰਕਾਰ ਹੈ, ਕਿਉਂਕਿ ਹੰਕਾਰ ਕਰਕੇ ਹੀ ਅਸੀਂ ਪ੍ਰਭੂ ਤੋਂ ਵਿਛੜੇ ਹਾਂ। ਪ੍ਰਭੂ ਨੂੰ ਹੰਕਾਰ ਨਹੀਂ ਪਾਉਂਦਾ। ਵੇਦ ਵੀ ਸਾਨੂੰ ਸਮਝਾ ਰਹੇ ਨੇ, ਸ਼ਸਤਰ ਸਮਝਾ ਰਹੇ ਨੇ ਕਿ ਪਰਮੇਸ਼ਰ ਨੂੰ ਹੰਕਾਰ ਨਹੀਂ ਪਾਉਂਦਾ। ਹਰ ਜੀ ਹੰਕਾਰ ਨਾ ਪਾਵਈ, ਵੇਦ ਕੂਕ ਸੁਣਾਵੇ। ਇੱਥੇ ਸਮਝਾਉਂਦੇ ਨੇ ਵੀ ਇਹ ਬੁਰਾ ਹੈ ਸੰਸਾਰ ਨੂੰ। ਜਿਸ ਗੁਰ ਮਿਲੈ ਤਿਸ ਗਰਭ ਨਿਵਾਰੈ। ਇਹ ਹੰਕਾਰ ਉਸ ਦਾ ਖਤਮ ਹੁੰਦਾ ਹੈ, ਉਹ ਹੰਕਾਰ ਤੋਂ ਰਹਿਤ ਹੁੰਦਾ ਹੈ ਜਿਸ ਨੂੰ ਗੁਰ ਮਿਲ ਜਾਵੇ, ਸੱਚਾ ਗੁਰ ਮਿਲ ਜਾਵੇ। ਸੱਚਾ ਗੁਰ ਲੈ ਕੇ ਮਨ ਇੱਕ ਦ੍ਰਿਸ਼ਟ ਹੋ ਜਾਂਦਾ ਹੈ, ਹਉਮੈ ਖਤਮ ਹੋ ਜਾਂਦੀ ਹੈ, ਪ੍ਰਕਾਸ਼ ਹੋ ਜਾਂਦਾ ਹੈ। ਨਹੀਂ, ਸਾਰਿਆਂ ਦਾ ਮਨ ਅਸਥੂਲ ਹੈ ਸੰਸਾਰ ਦਾ। ਜਿੰਨੀ ਦੇਰ ਮਨ ਅਸਥੂਲ ਹੈ, ਪਰਮੇਸ਼ਰ ਦੇ ਵਿੱਚ ਸਮਾ ਨਹੀਂ ਸਕਦਾ ਤੇ ਨਾ ਪਰਮੇਸ਼ਰ ਦੀ ਪਹਿਚਾਨ ਕਰ ਸਕਦਾ ਹੈ। ਇਹ ਰਹੋ ਪੰਕਤੀਆਂ ਨੇ ਵੀ ਉਸੇ ਦਾ ਹੰਕਾਰ ਖਤਮ ਹੁੰਦਾ ਹੈ, ਉਹੀ ਹੰਕਾਰ ਤੋਂ ਰਹਿਤ ਹੁੰਦਾ ਹੈ ਜਿਸ ਨੂੰ ਗੁਰ ਮਿਲਦਾ ਹੈ। ਆਓ ਆਪਾਂ ਸ਼ਬਦ ਸ਼ੁਰੂ ਕਰਦੇ ਹਾਂ। ਬ੍ਰਹਮੈ ਗਰਭ ਕੀਆ ਨਹੀਂ ਜਾਣਿਆ। ਬ੍ਰਹਮਾ, ਵਿਸ਼ਨੂੰ, ਮਹੇਸ਼, ਤਿੰਨ ਨੇ ਜਿਨ੍ਹਾਂ ਨੇ ਇਹ ਖੇਲ ਸ਼ੁਰੂ ਕੀਤਾ ਹੈ। ਇਹ ਮਾਇਆ ਦੇ ਪੁੱਤਰ ਨੇ ਤੇ ਪਰਮੇਸ਼ਰ ਦੇ ਇਹ ਨੌਕਰ ਨੇ। ਮਾਇਆ ਤੋਂ ਪੈਦਾ ਹੁੰਦੇ ਨੇ। ਏਕਾ ਮਾਈ ਜੁਗਤ ਵਿਆਈ, ਤਿੰਨ ਚੇਲੇ ਪ੍ਰਵਾਨ, ਇੱਕ ਸੰਸਾਰੀ, ਇੱਕ ਭੰਡਾਰੀ, ਇੱਕ ਲਾਏ ਦੀਵਾਨ। ਇਹ ਤਿੰਨੇ ਮਾਇਆ ਦੇ ਚੇਲੇ ਨੇ। ਮਾਇਆ ਦੇ ਪੁੱਤਰ ਵੀ ਕਿਹਾ ਹੈ ਇਸਨੂੰ। ਮਾਇਆ ਮਾਈ ਤ੍ਰੈ ਪਰਸੂਤ ਜਮਾਇਆ, ਤ੍ਰੈ ਗੁਣ ਪਰਸੂਤ ਜਮਾਇਆ। ਇਹ ਮਾਇਆ ਤੋਂ ਪੈਦਾ ਹੋਏ ਨੇ ਤੇ ਹੰਕਾਰ ਦੇ ਵਿੱਚ ਨੇ, ਕਿਉਂਕਿ ਮਾਇਆ ਦੇ ਵਿੱਚ ਹੰਕਾਰ ਹੈ। ਜਿੱਥੇ ਗਿਆਨਵਾਨ ਲੋਕ ਨੇ ਉੱਥੇ ਬ੍ਰਹਮਾ ਕਹਿ ਦਿੱਤਾ ਹੈ। ਜਿੱਥੇ ਕਿਰਤੀ ਲੋਕ ਨੇ,
ਉੱਥੇ ਵਿਸ਼ਨੂੰ ਆ ਜਾਂਦਾ ਹੈ, ਕਿਉਂਕਿ ਉਹਦੇ 'ਚ ਉਹ ਵਿਚਾਰ ਨੇ। ਇਹ ਸਾਰੇ ਵਿਚਾਰਾਂ ਦਾ ਖੇਡ ਹੈ। ਤੇ ਜਿੱਥੇ ਵੈਰ ਵਿਰੋਧ ਨਫ਼ਰਤ ਹੈ, ਉੱਥੇ ਸ਼ਿਵ ਜੀ ਆ ਜਾਂਦਾ ਹੈ। ਇੱਥੇ ਮਹਾਰਾਜ ਸਮਝਾਉਂਦੇ ਨੇ ਵੀ ਜਿਹੜਾ ਬ੍ਰਹਮਾ ਹੈ, ਬ੍ਰਹਮਾ ਸਾਡੇ ਸਾਰਿਆਂ 'ਚ ਵਸਦਾ ਹੈ। ਇਹ ਨਹੀਂ ਵੀ ਬ੍ਰਹਮਾ ਕੋਈ ਵੱਖਰਾ ਹੈ। ਸਾਡੇ ਸਰੀਰ ਦੇ ਵਿੱਚ, ਇਸ ਕਾਇਆ ਦੇ ਵਿੱਚ ਤਿੰਨੇ ਵਸਦੇ ਨੇ। ਇਸ ਕਾਇਆ ਅੰਦਰ ਬ੍ਰਹਮਾ ਵਿਸ਼ਨ ਮਹੇਸ਼ਾ, ਸਭ ਓਪਤ ਜਿਤ ਸੰਸਾਰਾ, ਸਾਰਿਆਂ ਦੇ ਅੰਦਰ ਇਹ ਵਸਦੇ ਨੇ। ਇਸ ਕਰਕੇ ਜਿਹੜਾ ਜੀਵ ਹੰਕਾਰ ਦੇ ਵਿੱਚ ਹੈ, ਪੜ੍ਹਿਆ ਲਿਖਿਆ ਤਾਂ ਹੈ, ਗਿਆਨਵਾਨ ਹੈ, ਲੇਕਿਨ ਗੁਰ ਨਹੀਂ ਲਿਆ, ਗੁਰ ਦਾ ਗਿਆਨ ਨਹੀਂ। ਇਸ ਕਰਕੇ ਹੰਕਾਰ ਦੇ ਵਿੱਚ ਹੈ, ਉਹ ਵੀ ਉਸ ਪ੍ਰਭੂ ਨੂੰ ਨਹੀਂ ਜਾਣ ਸਕਦਾ। ਬ੍ਰਹਮਾ ਗਰਭ ਕੀਆ ਨਹੀਂ ਜਾਣਿਆ, ਵੇਦ ਕੀ ਵਿਪਤ ਪੜੀ ਪਛਤਾਨਿਆ। ਕਿਉਂਕਿ ਗਿਆਨਵਾਨ ਹੋ ਕੇ ਵੇਦਾਂ ਨੂੰ ਤਾਂ ਪੜ੍ਹਦਾ ਹੈ, ਵੇਦ ਪੜ੍ਹਨ ਤੱਕ ਹੀ ਲੱਗਿਆ ਹੋਇਆ ਹੈ, ਵੇਦਾਂ ਨੂੰ ਸਮਝਦਾ ਨਹੀਂ ਹੈ। ਵੇਦ ਪੜ੍ਹਨੇ ਸੀ, ਨਾਮ ਨੂੰ ਬੁੱਝਣਾ ਸੀ, ਕਿਉਂਕਿ ਵੇਦਾਂ ਦੇ ਵਿੱਚ ਨਾਮ ਦਾ ਗਿਆਨ ਬਖਸ਼ਿਆ ਹੋਇਆ ਹੈ। ਪਰ ਉਹ ਮਿਲਣਾ ਸੀ ਕਿਸੇ ਸਾਧੂ ਤੋਂ, ਗੁਰ, ਉਹ ਨਹੀਂ ਲਿਆ। ਇਸ ਕਰਕੇ ਇਹ ਵੇਦਾਂ ਦੇ ਵਿੱਚ ਫਸ ਕੇ ਹੀ ਆਪਣਾ ਜੀਵਨ ਗਵਾ ਲੈਂਦਾ ਤੇ ਫਿਰ ਪਛਤਾਉਂਦਾ ਹੈ। ਵੇਦ ਕੀ ਵਿਪਤ ਪੜੀ ਪਛਤਾਨਿਆ, ਜਹ ਪ੍ਰਭ ਸਿਮਰੇ ਤਹੀਂ ਮਨ ਮਾਨਿਆ। ਜਿੱਥੇ ਕੋਈ ਪ੍ਰਭੂ ਦਾ ਸਿਮਰਨ ਕਰਦਾ ਹੈ, ਉੱਥੇ ਜਾ ਕੇ ਜੇ ਕੋਈ ਗਿਆਨ ਲੈਂਦਾ ਹੈ, ਗੁਰ ਲੈਂਦਾ ਹੈ, ਉੱਥੇ ਫਿਰ ਮਨ ਮੰਨਦਾ ਹੈ। ਨਹੀਂ ਤਾਂ ਉਸ ਮਾਲਕ ਨੂੰ, ਪਰਮੇਸ਼ਰ ਨੂੰ ਕੋਈ ਨਹੀਂ ਜਾਣ ਸਕਿਆ। ਕਿਉਂਕਿ ਪੜ੍ਹਨ ਦੇ ਨਾਲ ਪਰਮੇਸ਼ਰ ਨੂੰ ਨਹੀਂ ਮਿਲਿਆ ਕੋਈ। ਪਰਮੇਸ਼ਰ ਨੂੰ ਮਿਲੇ ਨੇ ਭੋਲੇ ਭਾਲੇ ਲੋਕ। ਬ੍ਰਹਮਾ ਨਹੀਂ ਮਿਲ ਸਕਦਾ, ਵਿਸ਼ਨੂੰ ਨਹੀਂ ਮਿਲ ਸਕਦਾ, ਮਹੇਸ਼ ਨਹੀਂ ਮਿਲ ਸਕਦਾ। ਸਿਰਫ ਜਦੋਂ ਅਸੀਂ ਗਿਆਨ ਲੈ ਕੇ ਮਨ ਪ੍ਰਕਾਸ਼ ਹੋ ਜਾਂਦਾ ਹੈ, ਤ੍ਰੈ ਗੁਣਾ ਤੋਂ ਰਹਿਤ ਹੋ ਜਾਂਦਾ ਹੈ, ਫਿਰ ਹੀ ਉਸ ਪ੍ਰਭੂ ਦੇ ਨਾਲ ਮਿਲਾਪ ਹੁੰਦਾ ਹੈ। ਕਿਉਂਕਿ ਨਾ ਬ੍ਰਹਮਾ ਮੁਕਤ ਹੈ, ਨਾ ਵਿਸ਼ਨੂੰ ਮੁਕਤ ਹੈ, ਤੇ ਨਾ ਮਹੇਸ਼ ਮੁਕਤ ਹੈ। ਬਲ ਰਾਜਾ ਮਾਇਆ ਹੰਕਾਰੀ, ਏਦਾਂ ਹੀ ਰਾਜਾ ਹੈ। ਬਲ ਰਾਜਾ, ਜਿਸ ਨੂੰ ਰਾਜ ਦਾ ਬਲ ਹੁੰਦਾ ਹੈ, ਏਦਾਂ ਇੱਕ ਬਲ ਰਾਜਾ ਹੋਇਆ ਹੈ। ਮਾਇਆ ਬਹੁਤ ਸੀ, ਹੰਕਾਰ ਦੇ ਵਿੱਚ ਸੀ। ਜਗਨ ਕਰੈ ਬਹੁ ਭਾਰ ਅਫਾਰੀ, ਤੇ ਜਗ ਕਰਦਾ ਸੰਸਾਰ ਦੇ ਵਿੱਚ, ਹਉਮੈ ਦੇ ਵਿੱਚ ਹੋਰ ਹਉਮੈ ਚੜ੍ਹਦੀ ਜਾਂਦੀ ਹੈ। ਕਿਉਂਕਿ ਜਦੋਂ ਜੀਵ ਕੋਈ ਵੀ ਕਰਦਾ ਹੈ, ਦਾਨੀ ਬਣਦਾ ਹੈ, ਦਾਤਾ ਬਣਦਾ ਹੈ, ਤੇ ਉਹ ਹੋਰ ਹੰਕਾਰੀ ਹੋਰ ਪ੍ਰਭੂ ਤੋਂ ਦੂਰ ਜਾਂਦਾ ਹੈ। ਜਦ ਸਾਨੂੰ ਪਤਾ ਹੈ ਕਿ ਦਾਤਾ ਇੱਕ ਹੀ ਹੈ ਸੰਸਾਰ ਦੇ ਵਿੱਚ, ਦੂਜਾ ਦਾਤਾ ਨਹੀਂ ਹੈ। ਦੱਦਾ ਦਾਤਾ ਏਕ ਹੈ, ਸਭ ਕੋ ਦੇਵਨਹਾਰ। ਫਿਰ ਜੇ ਅਸੀਂ ਦਾਤੇ ਬਣਾਂਗੇ, ਫਿਰ ਅਸੀਂ ਉਸਦੇ ਸ਼ਰੀਕ ਬਣਾਂਗੇ, ਤੇ ਉਸਨੂੰ ਨਹੀਂ ਪਾਉਂਦਾ। ਜੇ ਕੋ ਹੋਏ ਬਹੇ ਦਾਤਾਰ, ਤਿਸ ਦੇਨਹਾਰ ਜਾਣੈ ਗਾਵਾਰ। ਉਹ ਪ੍ਰਭੂ ਉਸ ਨੂੰ ਮੂਰਖ ਸਮਝਦਾ ਹੈ, ਜਿਹੜਾ ਆਪਣੇ ਆਪ ਨੂੰ ਦਾਤਾ ਸਮਝਦਾ ਹੈ। ਕਿਉਂਕਿ ਦਾਤਾ ਸੰਸਾਰ ਦੇ ਵਿੱਚ ਇੱਕ ਹੀ ਹੈ, ਦੂਜਾ ਦਾਤਾ ਨਹੀਂ ਹੈ। ਉਸੇ ਦਾਤੇ ਨੂੰ ਆਪਾਂ ਬੁੱਝਣਾ ਹੈ, ਜਾਣਨਾ ਹੈ। ਕਿਵੇਂ ਬੁੱਝਦੇ ਹਾਂ? ਗੁਰ ਲੈ ਕੇ। ਗੁਰਾਂ ਇੱਕ ਦੇ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਬਿਨ ਗੁਰ ਪੂਛੇ ਜਾਏ ਪਿਆਰੀ। ਪਰ ਗੁਰ ਦਾ ਗਿਆਨ ਨਹੀਂ ਲਿਆ। ਜਗ ਕਰਦਾ ਹੈ, ਬਹੁਤ ਕੁਛ ਕਰਦਾ ਹੈ, ਲੇਕਿਨ ਗੁਰ ਦਾ ਗਿਆਨ ਨਹੀਂ ਲਿਆ। ਇਸ ਕਰਕੇ ਫਿਰ ਨਰਕਾਂ ਨੂੰ ਚਲੇ ਜਾਂਦਾ ਹੈ, ਪਤਾਲ ਨੂੰ ਜਾਂਦਾ ਹੈ। ਹਰੀ ਚੰਦ ਦਾਨ ਕਰੈ ਜਸ ਲੇਵੈ।
ਏਦਾਂ ਇੱਕ ਹਰੀਚੰਦ ਰਾਜਾ ਹੋਇਆ ਹੈ। ਉਹ ਵੀ ਦਾਨ ਬੜਾ ਕਰਦਾ ਸੀ ਤੇ ਲੋਕਾਂ ਤੋਂ ਆਪਣਾ ਜਸ ਕਰਵਾਉਂਦਾ ਸੀ। ਲੋਕ ਉਸ ਦੀ ਵਡਿਆਈ ਕਰਦੇ ਸੀ। ਬਿਨ ਗੁਰ ਅੰਤ ਨਾ ਪਾਏ ਆਪੇ ਵੈ। ਪਰ ਗੁਰ ਨਾ ਲੈਣ ਕਰਕੇ ਉਸ ਪ੍ਰਭੂ ਦਾ ਨੂੰ ਨਹੀਂ ਜਾਣਿਆ, ਉਸ ਅਪੇ ਪਰਮੇਸ਼ਰ ਦਾ ਗਿਆਨ ਨਹੀਂ ਆਇਆ। ਸਿਰਫ ਦਾਨ ਕਰਕੇ ਆਪਣੀ ਹੀ ਵਡਿਆਈ ਕਰਵਾਉਂਦਾ ਸੀ, ਆਪਣਾ ਜਸ ਕਰਵਾਉਂਦਾ ਸੀ। ਹੰਕਾਰ ਦੇ ਵਿੱਚ ਦਾਤਾ ਬਣਿਆ ਸੀ, ਪਰ ਗੁਰ ਨਾ ਹੋਣ ਕਰਕੇ ਉਸ ਪ੍ਰਭੂ ਦੀ ਸੋਝੀ ਨਹੀਂ, ਉਸ ਦਾ ਭੇਤ ਨਹੀਂ ਆਇਆ। ਆਪ ਭੁਲਾਏ ਆਪੇ ਮਤ ਦੇਵੇ। ਹੁਣ ਸਮਝਾਉਂਦੇ ਨੇ ਵੀ ਜਿਨ੍ਹਾਂ ਤੇ ਖੁਸ਼ ਹੁੰਦਾ ਹੈ ਉਹਨਾਂ ਨੂੰ ਮੱਤ ਵੀ ਆਪ ਦੇ ਦਿੰਦਾ ਹੈ ਤੇ ਦੂਜਿਆਂ ਨੂੰ ਭੁਲਾਉਂਦਾ ਵੀ ਆਪ ਹੈ, ਕਿਉਂਕਿ ਉਸੇ ਦੇ ਭੁਲਾਏ ਹੋਏ ਨੇ। ਜਿਸ ਨੂੰ ਧਨ ਦੌਲਤ ਜ਼ਿਆਦਾ ਮਿਲ ਜਾਂਦੀ ਹੈ, ਰਾਜ ਭਾਗ ਮਿਲ ਜਾਂਦਾ ਹੈ, ਇਹ ਫਿਰ ਜੀਵ ਨੂੰ ਠੱਗ ਲੈਂਦੇ ਨੇ। 5 ਬੜੇ ਠੱਗ ਨੇ ਸੰਸਾਰ ਦੇ ਵਿੱਚ ਜਿਹੜੇ ਸਾਡੇ ਮਨ ਨੂੰ ਠੱਗ ਦਿੰਦੇ। ਰਾਜ, ਮਾਲ, ਰੂਪ, ਜਾਤ, ਜੋਬਨ, 5 ਠੱਗ। ਰਾਜ ਮਿਲ ਗਿਆ, ਇਹ ਠੱਗ ਲੈਂਦਾ ਹੈ ਜੀਵ ਨੂੰ। ਧਨ ਦੌਲਤ ਮਿਲ ਗਈ, ਇਹ ਠੱਗ ਲੈਂਦੀ ਹੈ ਸਾਡੇ ਮਨ ਨੂੰ। ਰੂਪ ਸੋਹਣਾ ਹੈ, ਇਹ ਠੱਗ ਲੈਂਦਾ ਹੈ ਮਨ ਨੂੰ। ਉੱਚੀ ਜਾਤ ਠੱਗ ਲੈਂਦੀ ਹੈ ਤੇ ਜਵਾਨੀ, ਜੋਬਨ ਠੱਗ ਲੈਂਦਾ ਹੈ। ਇਹ 5 ਠੱਗ ਸਾਰੇ ਸੰਸਾਰ ਨੂੰ ਠੱਗ ਰਹੇ ਨੇ। ਇਹ ਨਹੀਂ ਠੱਗੀ ਜਗ ਠੱਗਿਆ, ਕਿਸੇ ਨਾ ਰੱਖੀ ਲੱਜ। ਕੋਈ ਵੀ ਇਹਨਾਂ ਤੋਂ ਨਹੀਂ ਬਚ ਸਕਿਆ। ਸਾਰੇ ਸੰਸਾਰ ਨੂੰ ਇਹ ਠੱਗਦੇ ਨੇ। ਇਹ ਕਪਟ ਹੈ ਸਾਡੇ ਮਨ ਦੇ ਨਾਲ। ਉਦੋਂ ਤੱਕ ਕਪਟ ਹੈ ਜਦੋਂ ਤੱਕ ਅਸੀਂ ਪ੍ਰਭੂ ਨੂੰ ਜਾਣਿਆ ਨਹੀਂ। ਕਿਉਂਕਿ ਰਾਜਾ ਜਨਕ ਵੀ ਹੋਇਆ ਹੈ ਜੋ ਗੁਰਮੁਖ ਸੀ, ਪਰ ਉਸਨੇ ਭਗਤੀ ਕਰਕੇ ਪ੍ਰਭੂ ਨੂੰ ਪਾ ਲਿਆ ਸੀ। ਬਿਨਾਂ ਬੁਝਿਆ ਇਹ ਠੱਗਦੇ ਨੇ, ਜਦੋਂ ਜਾਣ ਲਿਆ ਫਿਰ ਨਹੀਂ ਠੱਗਦੇ। ਇਹ ਨਾ ਠੱਗਣ ਠੱਗ ਸੇ ਗੁਰ ਕੇ ਚਰਨੀ ਪਾਏ। ਜਦ ਗੁਰੂ ਦੇ ਚਰਨ ਲੱਗ ਗਏ, ਗੁਰੂ ਦੇ ਗਿਆਨ ਲੈ ਲਿਆ, ਫਿਰ ਇਹ ਨਹੀਂ ਠੱਗਦੇ। ਨਹੀਂ ਤਾਂ ਕਪਟ ਹੈ ਸਾਡੇ ਮਨ ਦੇ ਨਾਲ। ਇਹਨੂੰ ਮਹਾਰਾਜ ਸਮਝਾਉਂਦੇ ਰਾਜ ਕਪਟੰ, ਰੂਪ ਕਪਟੰ, ਧਨ ਕਪਟੰ, ਕੁਲ ਗਰਭ ਤੇ। ਕੁਲ ਦਾ, ਧਨ ਦਾ, ਰਾਜ ਦਾ, ਰੂਪ ਦਾ, ਇਹ ਸਾਰਾ ਕਪਟ ਹੈ ਮਨ ਦੇ ਨਾਲ। ਇਸ ਕਰਕੇ ਸਮਝਾਉਂਦੇ ਨੇ ਕਿ ਜਿਹਨੂੰ ਆਪ ਭੁਲਾ ਦਿੰਦਾ ਹੈ ਉਹ ਗਿਆਨ ਨਹੀਂ ਲੈਂਦਾ, ਤੇ ਜਿਸ ਤੇ ਖੁਸ਼ ਹੁੰਦਾ ਉਸ ਨੂੰ ਆਪਣਾ ਗਿਆਨ ਕਰਵਾ ਦਿੰਦਾ ਤੇ ਉਸ ਨੂੰ ਆਪਣੇ ਨਾਲ ਜੋੜ ਲੈਂਦਾ ਹੈ। ਦੁਰਮਤ ਹਰਨਾਕਸ਼ ਦੁਰਾਚਾਰੀ। ਹਰਨਾਕਸ਼ ਹੋਇਆ ਹੈ, ਪ੍ਰਹਲਾਦ ਦਾ ਪਿਤਾ ਸੀ, ਲੇਕਿਨ ਦੁਰਮਤ, ਬੁਰਾ ਮਤ ਹੋ ਗਈ, ਬੁਰਾ ਹੰਕਾਰ ਹੋ ਗਿਆ ਉਸਨੂੰ। ਆਪਣੇ ਆਪ ਤੇ ਹੰਕਾਰ ਹੋ ਗਿਆ, ਆਪ ਹੀ ਪਰਮੇਸ਼ਰ ਬਣ ਕੇ ਬੈਠ ਗਿਆ, ਆਪ ਹੀ ਦਾਤਾ ਬਣ ਕੇ ਬੈਠ ਗਿਆ। ਦੁਰਾਚਾਰੀ ਹੋ ਗਿਆ, ਆਚਾਰ ਛੱਡ ਦਿੱਤਾ। ਪ੍ਰਹਲਾਦ ਉਦਾਰੇ ਕਿਰਪਾਧਾਰੀ। ਤੇ ਪ੍ਰਹਲਾਦ ਉਸੇ ਦੇ ਘਰ ਵਿੱਚ ਮਾਲਕ ਨੇ ਪੈਦਾ ਕਰ ਦਿੱਤਾ ਪੁੱਤਰ, ਜੋ ਹਰਨਾਕਸ਼ ਦਾ ਹੀ ਵਿਰੋਧੀ ਹੋ ਗਿਆ। ਛੋਟਾ ਬੱਚਾ ਹੀ ਸੀ, ਪਰਮੇਸ਼ਰ ਵੱਲੋਂ ਪੈਦਾ ਕੀਤਾ ਹੋਇਆ ਭਗਤ ਸੀ ਉਸੇ ਦੇ ਘਰ ਦੇ ਵਿੱਚ, ਤੇ ਜੋ ਉਸ ਦਾ ਵਿਰੋਧ ਕਰਦਾ ਸੀ, ਜੋ ਉਸ ਨੂੰ ਨਹੀਂ ਸੀ ਸਮਝਦਾ ਦਾਤਾ, ਉਸ ਪਰਮੇਸ਼ਰ ਨੂੰ ਮੰਨਦਾ ਸੀ। ਤੇ ਮਾਲਕ ਨੇ ਆਪ ਉਸ ਨੂੰ ਉਦਾਰਿਆ ਸੀ। ਪ੍ਰਭ ਨਾਰਾਇਣ ਗਰਭ ਪ੍ਰਹਾਰੀ। ਪ੍ਰਭੂ ਹੈ ਜੋ ਪਰਮੇਸ਼ਰ ਹੈ, ਉਹ ਹੰਕਾਰ ਦੂਰ ਕਰਨ ਵਾਲਾ ਹੈ। ਕਿਉਂਕਿ ਹੰਕਾਰ ਪ੍ਰਭੂ ਨੂੰ ਨਹੀਂ ਪਾਉਂਦਾ। ਜਿਹੜੇ ਉਸ ਦੀ ਸ਼ਰਨ ਵਿੱਚ ਜਾਂਦੇ ਨੇ ਉਹਨਾਂ ਨੂੰ ਹਉਮੈ ਤੋਂ ਰਹਿਤ ਕਰ ਦਿੰਦਾ ਹੈ। ਏਦਾਂ ਹੀ ਪ੍ਰਹਲਾਦ ਨੂੰ ਉਦਾਰ ਲਿਆ। ਪ੍ਰਹਲਾਦ ਉਦਾਰੇ ਕਿਰਪਾਧਾਰੀ। ਆਪ ਕਿਰਪਾ ਕੀਤੀ, ਆਪ ਪ੍ਰਹਲਾਦ ਨੂੰ ਉਦਾਰਿਆ ਹੈ ਐਸੇ ਹਰਨਾਕਸ਼ ਤੋਂ
बचा लिया, ज्ञान दे के छुड़ा लिया, उसकी रखवाली की। भूलो रावण मुग्ध अचेत। इदां ही रावण होया त्रेते युग दे विच। मूर्ख सी, क्योंकि प्रभु नूं नहीं चेत्या, ज्ञान नहीं सी, भरम दे विच पिया सी, अपने आप नूं महाबली समझदा सी, काल नूं पावे नाल बन्निया सी, जिवें दसदे ने कि भगती करके बर लिया सी। ते ऐसा जिहड़ा सी लूटी लंका सीस समेत। ते ऐसा जो सोने दी लंका सी, सारा कुछ लुटिया गया। मौत आई, मरिया, पर मरिया किवें? क्योंकि उसने बहुत सारे बर लए हुए सी। इस करके रावण अपने अंदर भी रावण बसता है, अपने अंदर राम भी है, रावण भी है। रावण ने बहुत सारिया शक्तियां ने बर लिया है, क्योंकि रावण शक्ति देकर है। ते रावण नूं मारना अंदरों आपां नहीं मार सकते, जिन्नी देर रावण नूं नहीं मारदे ते राम नहीं बच सकता, क्योंकि रावण राम दा विरोधी है। इस करके गुरु नानक साहब महाराज जी सानू समझाउंदे ने कि रावण नूं किवें मारिया। रावण दा एक भरा सी विभीखण, उसने भेत दिता राम जी नूं कि किवें तुसीं उस नूं मार सकदे हो, उसदे कोले वर ने। इस करके इसनूं इस तरीके दे नाल मारिया जा सकता है। ते फिर राम जी ने रावण नूं मारिया। इदां ही समझाउंदे ने सतगुरु जी कि जिहड़े गुरमुख ने वो मालक दे नाल मिले ने, ਉਹਦੇ हुक्म दे विच ने, उसदे बद्धे होए ने, ते ਉਹ फिर सानू ज्ञान देंदे ने कि किवें अपने अंदर रावण नूं मारना है। समझाउंदे ने गुरमुख बाध्यो सेत विधाते, लंका लूटी दैत संतापे, रामचंद मारियो अह रावण, भेद विभीखण गुरमुख परचायन। भी जदा जिमें विभीखण ने भेज दिता राम जी नूं ते फिर रावण नूं मारिया, इदां ही जिहड़े गुरमुख ने सानू भेज देणगे कि किवें अपने अंदर रावण नूं मारना है, ताकि राम बस जावे। इत्थे भी आपां नूं समझाउंदे ने गर्भ गया बिन सतगुर हेत। बई हौमे दे विच ही मरिया, क्योंकि ज्ञान नहीं सी, सतगुर दा सच्चे गुर दा ज्ञान नहीं सी, सच्चे गुर नाल प्यार नहीं सी, आप ही हंकारी सी। इस करके इस संसार चों हंकार दे विच ही चले गया, हौमे विच ही मर गया। जम्मिया भी हौमे विच ते मरदा भी हौमे विच है जीव, जिहड़े गुर दा ज्ञान नहीं लैंदे। हौ विच जम्मिया, हौ विच मूआ, हौ विच दिता, हौ विच लया, हौ विच खटिया, हौ विच गया, हौ विच सचियार कुड़ियार, हौ विच पाप पुन विचार, हौ विच नरक सुरग अवतार, हौ विच हस्सै, हौ विच रोवै, हौ विच परिए, हौ विच धोवै, हौ विच जाति जिनसी खोवै, हौ विच मूर्ख, हौ विच सियाणा, मोख मुक्त की सार न जाना। मरे कहते हौमे विच ही सारा कुछ करता है, सचियारा भी बन जाता है, पर मुक्ति का मार्ग नहीं पता, ਉਹਦੀ सार नहीं है कि मुक्त किमें होना है, किमें मन नूं प्रकाश रूप करना है, किमें हौमे तो रहित होना है। क्योंकि जब तक हौमे नहीं, उन्नी हौमे का भेत नहीं आउंदा ते प्रभु दे दर दा भी सानू भेत नहीं आउंदा। हौमे बूझै तां दर सूझै, ज्ञान भी होना कत कत लूझै। कहते हौमे बुझ लगूगा दर्द भी सोचिया जाती, पर ज्ञान तो भी हुणे लोग जिहड़े कथा तो बहुत करते, त्रै गुणा विच उलझ के रह जाते,
लेकिन मुक्ति का मार्ग पता नहीं चलता। इदां ही रावण भी संसार तो हंकार दे विच ही चला गया। सहस बाहू मद कीट मह खासा। इदां ही होर दैंत आए संसार दे विच, जिन्हां दे नाम सी सहस बाहू। हो सकदा हजारां बाहां होण उसदियां, जिस नूं फिर परशुराम ने मारिया। अपने अंदर भी ये सारे वसदे ने, दैंत अपने अंदर ने ते देवते भी अंदर ने। ते मन जिहड़ा है इन्हां तों सारियां तों श्रेष्ठ है। मन ने इस अवस्था तो उत्ते जाना है। गुरमुख इन्हां तो उत्ते वासा है, गुरसिखां दा वासा इन्हां तो उत्ते है, क्योंकि ये थल्ले ने आपां मनुखा देही दे विच वो आपां नूं मिलिया है जिथे आपां मोक्ष प्राप्त कर सकते हैं। क्योंकि देवते स्वर्ग दे ने लेकिन मुक्त नहीं हुंदे। पर हुण आपां ज्ञान लेके देवते तो बाद भगती करके आपां मुक्त हो सकते हाँ गुर दे ज्ञान द्वारा। सहस बाहू मद कीट मैं खासा। इदां ही मद ते कीटव ये भी होए ने, जिन्हां नूं दसदे ने कि विष्णु ने मारिया। इदां ही महखासुर होया है दैत, जिन्हों दुर्गा ने मारिया सी। हरनाक्ष ले नखों बेदासा। इदां ही हरनाक्ष नूं आ मालक ने नरसिंगे रूप दे विच आके नखां दे नाल पड़ दिता सी। रक्त बीज दैत संघारे बिन भगत अभ्यासा। पर समझाउंदे ने जिवें अपने अंदर दैंत ने, जब तक असी दैंता दा संघार नहीं करते अपने अंदर, मन दैंता नूं मार के देवता देवलोक च नहीं जांदा, देवता नहीं बनदा, उन्नी देर आपां उस प्रभु की भगती नहीं कर सकते। पर लोग करते ने बिना उन्हां नूं मारिया। मतलब कहंदे दैत संघारे बिन भगत अभ्यास। कहंदे भगती दा अभ्यास करदे पर अंदरों इन्हां पंजां नूं नहीं मारिया, दैंतां नूं नहीं मारिया, काम नूं नहीं मारिया, क्रोध नूं नहीं मारिया, लोभ नूं नहीं मारिया, मोह नूं नहीं मारिया, हंकार नूं नहीं मारिया। ते जिहदे दया निमरता जत सत संतोख इन्हां नूं नहीं बसाया। जरासंध कालज मुन संघारे। इदा जरासंध होया है राजा द्वापर दे विच, जिसनूं कृष्ण जी ने मारिया। भीम द्वारा उसका वध होया। रक्त बीज काल नेम बेदारे। इदां ही एक रक्त बीज होया है राक्ष, क्योंकि रक्त बीज तो राक्ष पैदा होंदे ने। गुर दे ज्ञान तो देवते पैदा होके मुक्त हो जाते ने। सारियां दे अंदर है, जिवें बच्चा जन्मदा है उसके अंदर पहला यही आके बसते ने, जिन्हों आप पढ़ते हैं काल पाए ब्रह्मा बपतरा, काल पाए शिवजू अवतरा, काल पाए कर बिसन प्रकाशा, सकल काल का किया तमाशा। ते फिर देवते आके बस जाते ने, क्रोध आना शुरू होंदा है, बच्चा रोंदा है, लोभ दे विच पैंदा है, मोह दे विच फसदा है। इदां इन्हां नूं संघार के फिर साची भगती कर सकते हैं। इदां जिहड़े होए ने रक्त बीज काल नेम, इन्हां नूं मार सकते हाँ, जिवें जरासंध नूं कृष्ण जी ने मारिया है। आपे दैत संघार संत निस्तारे।
ਏਦਾਂ ਹੀ ਪ੍ਰਭੂ ਆਪਣੇ ਸੰਤਾਂ ਨੂੰ ਤਾਰਦਾ, ਉਹਨਾਂ ਦੇ ਅੰਦਰੋਂ ਦੈਂਤਾਂ ਨੂੰ ਮਾਰ ਦਿੰਦਾ ਹੈ, ਤੇ ਫਿਰ ਮਨ ਦੇਵਤਾ ਬਣ ਜਾਂਦਾ ਹੈ। ਦੇਵਤਾ ਬਣ ਕੇ ਉਸ ਪ੍ਰਭੂ ਦੀ ਭਗਤੀ ਕਰਦਾ ਹੈ ਤੇ ਮੁਕਤ ਹੋ ਜਾਂਦਾ ਹੈ। ਕਿਉਂਕਿ ਜਦ ਤੱਕ ਸਾਡੇ ਅੰਦਰੋਂ ਇਹ ਦੈਂਤ ਨਹੀਂ ਖਤਮ ਹੁੰਦੇ, ਕਾਮ ਕ੍ਰੋਧ ਲੋਭ ਮੋਹ ਹੰਕਾਰ ਨਹੀਂ ਮਰਦੇ, ਉਦੋਂ ਤੱਕ ਭਗਤੀ ਨਹੀਂ ਹੁੰਦੀ, ਅਭਿਆਸ ਨਹੀਂ ਕਰ ਸਕਦੇ। ਆਪੇ ਸਤਿਗੁਰ ਸ਼ਬਦ ਵਿਚਾਰੇ, ਜਿਨ੍ਹਾਂ ਦੇ ਅੰਦਰ ਦੈਂਤਾਂ ਨੂੰ ਮਾਰ ਦਿੰਦਾ ਹੈ, ਸੰਤਾਂ ਨੂੰ ਨਿਸਤਾਰ ਲੈਂਦਾ ਹੈ, ਉਹਨਾਂ ਦੁਆਰਾ ਫਿਰ ਆਪਣੇ ਸ਼ਬਦ ਦੀ ਵਿਚਾਰ ਆਪ ਕਰਦਾ ਹੈ। ਦੂਜੇ ਪਾਏ ਦੈਤ ਸੰਘਾਰੇ, ਜਿਹੜੇ ਦੂਜੇ ਨਾਲ ਜੁੜੇ ਨੇ, ਪਹਿਲਾਂ ਸਾਰੇ ਆਪਾਂ ਦੂਜੇ ਨਾਲ ਜੁੜੇ ਸੀ, ਉਹਨਾਂ ਦੇ ਅੰਦਰੋਂ ਦੈਂਤਾਂ ਨੂੰ ਮਾਰਦਾ ਹੈ, ਆਪ ਵਸ ਜਾਂਦਾ ਹੈ, ਪ੍ਰਗਟ ਹੋ ਜਾਂਦਾ ਹੈ, ਫਿਰ ਆਪ ਸ਼ਬਦ ਦੀ ਵਿਚਾਰ ਕਰਦਾ ਹੈ, ਸ਼ਬਦ ਦੁਆਰਾ, ਗਿਆਨ ਦੁਆਰਾ ਫਿਰ ਉਹਨਾਂ ਨੂੰ ਇਹਨਾਂ ਤੋਂ ਛੁਡਾ ਲੈਂਦਾ, ਇਹਨਾਂ ਨੂੰ ਸੰਘਾਰ ਕਰਦਾ ਹੈ। ਆਪ ਪ੍ਰਭੂ ਆਪਣੇ ਜਨਾਂ ਦੁਆਰਾ ਗਿਆਨ ਦੇ ਕੇ। ਗੁਰਮੁਖ ਸਾਚ ਭਗਤ ਨਿਸਤਾਰੇ, ਜਿਹੜੇ ਗੁਰਮੁਖ ਨੇ ਉਹ ਫਿਰ ਪ੍ਰਭੂ ਦਾ ਗਿਆਨ ਦੇ ਕੇ ਭਗਤਾਂ ਨੂੰ ਨਿਸਤਾਰਦੇ ਨੇ, ਉਹਨਾਂ ਨੂੰ ਗਿਆਨ ਦੇ ਕੇ ਇਹਨਾਂ ਤੋਂ ਛੁਡਾਉਂਦੇ ਨੇ। ਕਿਉਂਕਿ ਇਹ ਨਹੀਂ ਵੀ ਉਦੋਂ ਹੀ ਹੋਏ, ਇਹ ਸਾਡੇ ਸਾਰਿਆਂ ਦੇ ਅੰਦਰ ਵਸਦੇ ਨੇ। ਇਹਨਾਂ ਨੂੰ ਮਾਰਦੇ ਹਾਂ, ਫਿਰ ਹੀ ਆਪਣੀ ਭਗਤੀ ਸ਼ੁਰੂ ਹੁੰਦੀ। ਮਾਰਦਾ ਕੌਣ ਹੈ? ਆਪ ਪ੍ਰਭੂ। ਆਪ ਸ਼ਬਦ ਦੀ ਵਿਚਾਰ ਦਿੰਦਾ ਹੈ, ਆਪ ਸਾਨੂੰ ਨਿਸਤਾਰਦਾ ਹੈ ਆਪਣੇ ਜਨਾਂ ਦੁਆਰਾ ਗੁਰ ਦਾ ਗਿਆਨ ਦੇ ਕੇ। ਬੂਢਾ ਦੁਰਯੋਧਨ ਪਤ ਖੋਈ, ਏਦਾਂ ਹੀ ਦੁਰਯੋਧਨ ਡੁੱਬ ਗਿਆ, ਆਪਣੀ ਪਤ ਖੋ ਲਈ ਉਸਨੇ, ਡੁੱਬ ਗਿਆ। ਰਾਮ ਨਾ ਜਾਣਿਆ ਕਰਤਾ ਸੋਈ, ਕਿਉਂਕਿ ਹੰਕਾਰ ਦੇ ਵਿੱਚ ਸੀ, ਉਹ ਵੀ ਪ੍ਰਭੂ ਨੂੰ ਨਹੀਂ ਜਾਣਿਆ, ਰਾਮ ਨੂੰ ਨਹੀਂ ਜਾਣਿਆ, ਕਿਉਂਕਿ ਹੰਕਾਰੀ ਸੀ। ਉਸ ਸਮੇਂ ਕ੍ਰਿਸ਼ਨ ਜੀ ਦੇ ਰੂਪ ਦੇ ਵਿੱਚ ਸੀ ਰਾਮ, ਲੇਕਿਨ ਉਹ ਕ੍ਰਿਸ਼ਨ ਨੂੰ ਇੱਕ ਆਮ ਇਨਸਾਨ ਸਮਝਦਾ ਸੀ। ਲੇਕਿਨ ਜਿਹੜੇ ਪਾਂਡਵ ਸੀ, ਉਹਨਾਂ ਦੇ ਅੰਦਰ ਹੰਕਾਰ ਨਹੀਂ ਸੀ, ਤੇ ਉਹਨਾਂ ਦੇ ਨਾਲ ਕ੍ਰਿਸ਼ਨ ਵਸਦਾ ਸੀ, ਉਹਨਾਂ ਨੂੰ ਲੋਚਦਾ ਸੀ, ਉਹਨਾਂ ਦੀ ਖੈਰ ਮੰਗਦਾ ਸੀ, ਉਹਨਾਂ ਦੀ ਰੱਖਿਆ ਕਰਦਾ ਸੀ, ਉਹ ਉਸਨੂੰ ਪਾਉਂਦੇ ਸੀ। ਕਿਉਂਕਿ ਧਰਮ ਸੀ, ਧਰਮ ਤੋਂ ਬਾਅਦ ਨਿਮਰਤਾ ਸੀ। ਜਿਹੜਾ ਯੁਧਿਸ਼ਟਰ ਸੀ ਉਹ ਪ੍ਰਭੂ ਦੇ, ਉਹ ਵੀ ਯੋਧਾ ਸੀ, ਲੇਕਿਨ ਉਹ ਉਸ ਪ੍ਰਭੂ ਦੇ ਭਗਤੀ ਕਰਦਾ ਸੀ, ਆਪਣੇ ਇਸ਼ਟ ਦੀ ਭਗਤੀ ਦੇ ਵਿੱਚ ਸੀ। ਇਸ਼ਟ ਕੌਣ? ਮਾਲਕ ਪ੍ਰਭੂ ਹੈ, ਉਹ ਵੀ ਯੋਧਾ ਸੀ। ਲੇਕਿਨ ਇਹ ਵੀ ਯੋਧਾ ਸੀ, ਦੁਰਯੋਧਨ, ਇਹ ਬੁਰਾ ਯੋਧਾ ਸੀ। ਇਸ ਦੇ ਨਾਲ ਹੀ ਇਸ ਦਾ ਭਰਾ ਦੁਸ਼ਾਸਨ, ਜਿਹੜਾ ਬੁਰਾ ਸ਼ਾਸਨ ਦੇਣ ਵਾਲਾ, ਬੁਰਾ ਰਾਜ ਕਰਨ ਵਾਲਾ, ਤੇ ਜਿਹੜਾ ਯੁਧਿਸ਼ਟਰ ਸੀ, ਇਹ ਉਸ ਪ੍ਰਭੂ ਦੇ ਭਾਣੇ ਦੇ ਵਿੱਚ ਚੱਲਣ ਵਾਲਾ ਸੀ, ਸੱਚਾ ਸੀ। ਇਸ ਕਰਕੇ ਇਹਨਾਂ ਦੇ ਨਾਲ ਕ੍ਰਿਸ਼ਨ ਵਸਦਾ ਸੀ, ਲੇਕਿਨ ਦੁਰਯੋਧਨ ਉਸ ਨੂੰ ਨਹੀਂ ਜਾਣ ਸਕਿਆ। ਕਿ ਇਸੇ ਨੇ ਸਾਰਾ ਕੁਛ, ਇਹ ਅਸਲੀ ਮਾਲਕ ਦਾ ਭੇਜਿਆ ਹੋਇਆ ਹੈ, ਜਿਸ ਨੇ ਦੁਰਯੋਧਨ ਦਾ ਨਾਸ਼ ਕਰਨਾ ਸੀ ਤੇ ਪਾਂਡਵਾਂ ਨੂੰ ਦਾ ਰਾਜ ਬਖਸ਼ਣਾ ਸੀ। ਜਨ ਕੋ ਦੁਖ ਪਚੈ ਦੁਖ ਹੋਈ। ਹੁਣ ਦੁਰਯੋਧਨ ਸੀ, ਉਹਦੇ ਜਨ ਜਿਹੜੇ ਕ੍ਰਿਸ਼ਨ ਦੇ ਭਗਤ ਸੀ, ਕ੍ਰਿਸ਼ਨ ਦੇ ਪਿਆਰੇ ਸੀ, ਉਹਨਾਂ ਨੂੰ ਦੁੱਖ ਦਿੰਦਾ ਸੀ, ਉਹਨਾਂ ਨੂੰ ਰਾਜ ਭਾਗ ਤੋਂ ਸਖਣਾ ਕਰਨਾ ਚਾਹੁੰਦਾ ਸੀ। ਬੇਸ਼ੱਕ ਆਪਣਾ ਜਿਹੜਾ ਮਨ ਹੈ, ਇਸ ਦਾ ਸਥਾਨ ਜਿਹੜਾ ਹੈ ਇੰਦਰਪ੍ਰਸਥ ਹੈ, ਲੇਕਿਨ ਜਿਹੜੇ ਇਹ ਪੰਜ ਨੇ, ਇਹ ਹਸਤਨਾਪੁਰ, ਜਿੱਥੇ ਤੱਕ ਸਾਡੇ ਹੱਡੀਆਂ ਨੇ, ਇਸ ਸਰੀਰ ਤੱਕ ਇਹ ਪੰਜਾਂ ਦਾ ਚੱਲਦਾ ਹੈ ਰਾਜ। ਕਿਉਂਕਿ
ਜਿਹੜੇ ਪਾਂਡਵ ਸੀ ਉਹ ਇੰਦਰਪ੍ਰਸਥ ਵਿੱਚ ਰਹਿਣਾ ਚਾਹੁੰਦੇ ਸੀ, ਵੀ ਸਾਨੂੰ ਇੰਦਰਪ੍ਰਸਥ ਦੇ ਦੇ, ਲੇਕਿਨ ਇਹ ਚਾਹੁੰਦਾ ਸੀ ਕਿ ਇਹਨਾਂ ਨੂੰ ਕਿਤੇ ਵੀ ਨਹੀਂ ਵਸਣ ਦੇਣਾ। ਇਸ ਕਰਕੇ ਫਿਰ ਇਸ ਨੂੰ ਹੰਕਾਰ ਦੇ ਵਿੱਚ, ਲੋਭ ਦੇ ਵਿੱਚ ਹੋਣ ਕਰਕੇ ਫਿਰ ਆਪਣਾ ਯੁੱਧ ਹਾਰਨਾ ਪਿਆ, ਸਾਰਾ ਕੁਛ ਗਵਾਉਣਾ ਪਿਆ। ਕਿਉਂਕਿ ਮਨ ਦਾ ਜਿਹੜਾ ਵਾਸਾ ਹੈ, ਜਿਹੜਾ ਜਿੱਥੇ ਪ੍ਰਭੂ ਵਸਦਾ ਹੈ, ਉਸ ਦੇ ਸਨਮੁਖ ਹੀ ਰਹਿੰਦੇ ਨੇ। ਉਹ ਹੱਡੀਆਂ ਤੇ ਨਹੀਂ, ਹਸਤਨਾਪੁਰ ਨਹੀਂ, ਇੰਦਰਪ੍ਰਸਥ ਤੋਂ ਭਗਤੀ ਸ਼ੁਰੂ ਹੁੰਦੀ ਹੈ। ਇਸ ਕਰਕੇ ਸਮਝਾਉਂਦੇ ਨੇ ਵੀ ਉਹ ਦੁੱਖ ਦਿੰਦਾ ਸੀ ਉਹਨਾਂ ਨੂੰ, ਤੇ ਉਸ ਨੂੰ ਫਿਰ ਸਜ਼ਾ ਮਿਲੀ, ਡੁੱਬ ਗਿਆ, ਆਪਣਾ ਜੀਵਨ ਨੂੰ ਹਾਰ ਕੇ ਚਲਾ ਗਿਆ। ਜਨਮੇਜੈ ਗੁਰ ਸ਼ਬਦ ਨਾ ਜਾਣਿਆ, ਏਦਾਂ ਹੀ ਜਨਮੇਜੈ ਰਾਜਾ ਹੋਇਆ ਹੈ। ਉਸ ਨੇ ਵੀ ਗੁਰ ਸ਼ਬਦ ਦਾ ਗਿਆਨ ਨਹੀਂ ਲਿਆ, ਗੁਰ ਸ਼ਬਦ ਉਸ ਨੂੰ ਵੀ ਸੋਝੀ ਨਹੀਂ ਹੋਈ, ਉਸਨੇ ਵੀ ਨਹੀਂ ਜਾਣਿਆ। ਕਿਉਂ ਸੁਖ ਪਾਵੈ ਭਰਮ ਭੁਲਾਨਿਆ, ਕਹਿੰਦੇ ਭਰਮ ਦੇ ਵਿੱਚ ਪਿਆ ਕਿਵੇਂ ਸੁਖ ਪ੍ਰਾਪਤ ਕਰਦਾ। ਇੱਕ ਤਿਲ ਭੂਲੇ ਬਹੁਰ ਪਛਤਾਨਿਆ, ਜੇ ਇੱਕ ਤਿਲ ਵੀ ਉਸ ਨੂੰ ਭੁੱਲ ਜਾਈਏ, ਉਸ ਪ੍ਰਭੂ ਨੂੰ, ਪਛਤਾਉਣਾ ਪੈਂਦਾ ਹੈ। ਜੇ ਅੰਤ ਸਮੇਂ ਸਾਡਾ, ਕਿਉਂਕਿ ਆਪਾਂ ਅਭਿਆਸ ਕਿਉਂ ਕਰਦੇ ਹਾਂ ਕਿ ਸਾਡਾ ਧਿਆਨ ਇੰਨਾ ਪੱਕ ਜਾਵੇ, ਪਰਪੱਕ ਹੋ ਜਾਵੇ ਕਿ ਦੂਜਾ ਇੱਥੇ ਹੈ ਹੀ ਨਹੀਂ ਕੋਈ, ਸਾਨੂੰ ਇੱਕ ਤਿਲ ਵੀ ਨਾ ਬਿਸਰੈ। ਭਗਤੀ ਕਿੱਥੋਂ ਸ਼ੁਰੂ ਹੁੰਦੀ? ਭਗਤੀ ਕਿਹੜੀ ਹੈ ਅਸਲੀ? ਜਿਸ ਸਾਨੂੰ ਹਮੇਸ਼ਾ ਚਿੱਤ ਦੇ ਵਿੱਚ ਰਹਿੰਦਾ, ਅਸੀਂ ਹਰ ਵਕਤ ਉਸ ਨੂੰ ਚਿਤਵਦੇ ਹਾਂ। ਜਦ ਸਾਡਾ ਭਰਮ ਦੂਰ ਹੋ ਗਿਆ ਕਿ ਦੂਜਾ ਇੱਥੇ ਨਹੀਂ, ਜੋ ਦੇਖਦੇ ਹਾਂ ਉਹੀ ਹੈ, ਫਿਰ ਅਸਲੀ ਭਗਤੀ ਹੈ। ਮਤਲਬ ਸਮਝਾਉਂਦੇ ਨੇ ਜੇ ਸਾਨੂੰ ਵਿਸਰਦਾ ਹੈ ਫਿਰ ਕਿਹੜੀ ਭਗਤੀ ਹੈ? ਇੱਕ ਤਿਲ ਪਿਆਰਾ ਵਿਸਰੈ ਭਗਤ ਕਿਨੇ ਹੀ ਹੋਏ, ਕਹਿੰਦੇ ਕਿਹੜੀ ਭਗਤੀ? ਇਸ ਕਰਕੇ ਇੱਥੇ ਸਮਝਾਉਂਦੇ ਨੇ ਵੀ ਉਸ ਤੋਂ ਵਿਸਰੇ ਤਾਂ ਜੇ ਇੱਕ ਤਿਲ ਵੀ ਵਿਚਰ ਜਾਈਏ ਪਛਤਾਉਣਾ ਪੈਂਦਾ ਹੈ। ਇਹਨੇ ਤਾਂ ਗਿਆਨ ਹੀ ਨਹੀਂ ਲਿਆ, ਇਹ ਕਿਵੇਂ ਸੁਖ ਪਾਉਂਦਾ ਜਿਹੜਾ ਜਨਮੇਜਾ ਸੀ। ਕੰਸ ਕੇਸ ਚੰਡੂਰ ਨਾ ਕੋਈ, ਏਦਾਂ ਹੀ ਕੰਸ ਹੋਇਆ ਹੈ। ਤੇ ਉਸ ਸਮੇਂ ਦੇ ਹੋਰ ਵੀ ਬਹੁਤ ਸਾਰੇ ਇਹ ਦੈਂਤ ਸੀ ਜਿਸਨੂੰ ਕੇਸ ਕਹਿ ਦਿੱਤਾ, ਚੰਡੂਰ, ਜਿਹੜੇ ਬੜੇ ਮਹਾਬਲੀ ਸੀ ਉਸ ਸਮੇਂ। ਰਾਮ ਨਾ ਚੀਨਿਆ ਆਪਣੀ ਪਤ ਖੋਈ, ਇਹਨਾਂ ਨੇ ਵੀ ਹੰਕਾਰ ਦੇ ਵਿੱਚ ਰਹਿ ਕੇ ਜੋ ਪ੍ਰਭੂ ਨੂੰ ਮਿਲਣਾ ਸੀ, ਉਸ ਦਾ ਗਿਆਨ ਲੈਣਾ ਸੀ, ਆਪਣੇ ਮਨ ਦੀ ਸੋਝੀ ਲੈਣੀ ਸੀ, ਆਤਮਾ ਨੂੰ ਜਾਣਨਾ ਸੀ, ਇਹ ਨਹੀਂ ਪ੍ਰਾਪਤ ਕੀਤਾ ਤੇ ਆਪਣੀ ਪਤ ਖੋ ਕੇ ਚਲੇ ਗਏ। ਏਡੇ ਏਡੇ ਤਕੜੇ ਯੋਧੇ ਸੀ ਇਹ। ਬਿਨ ਜਗਦੀਸ਼ ਨਾ ਰਾਖੈ ਕੋਈ, ਉਸ ਪ੍ਰਭੂ ਤੋਂ ਬਿਨਾਂ ਦੂਜਾ ਸਾਨੂੰ ਨਹੀਂ ਰੱਖ ਸਕਦਾ, ਉਹ ਸਾਨੂੰ ਮੁਕਤੀ ਨਹੀਂ ਦੇ ਸਕਦਾ। ਕਿਉਂਕਿ ਫਿਰ ਜਨਮ ਮਰਨ ਦੇ ਵਿੱਚ ਤਾਂ ਅਸੀਂ ਜਾ ਸਕਦੇ, ਲੇਕਿਨ ਜੇ ਅਸੀਂ ਮੁਕਤ ਹੋਣਾ ਹੈ, ਆਪਣੇ ਜੀਵਨ ਦਾ ਲਾਹਾ ਕੱਟਣਾ ਹੈ, ਆਪਣੇ ਜਨਮ ਨੂੰ ਸਫਲ ਕਰਨਾ ਹੈ, ਤੇ ਫਿਰ ਸਾਨੂੰ ਉਸ ਪ੍ਰਭੂ ਦੀ ਸ਼ਰਨ ਦੇ ਵਿੱਚ ਹੀ ਜਾਣਾ ਪੈਂਦਾ ਹੈ। ਸਾਨੂੰ ਮਨ ਦਾ ਗਿਆਨ ਲੈ ਕੇ, ਗੁਰਸ਼ਬਦ ਦਾ ਗਿਆਨ ਲੈ ਕੇ ਆਪਣੇ ਮਨ ਨੂੰ ਪਹਿਚਾਨਣਾ ਤੇ ਆਪਣੇ ਮਨ ਨੂੰ, ਆਪਣੀ ਜੋਤ ਨੂੰ ਆਤਮ ਰੂਪ ਦੇ ਵਿੱਚ ਕਰ ਦੇਣਾ, ਆਪਾ ਮਿਟਾ ਦੇਣਾ, ਆਪਾ ਖਤਮ ਕਰ ਦੇਣਾ, ਤੇ ਫਿਰ ਆਤਮ ਸਾਨੂੰ ਪਰਮਾਤਮਾ ਤੱਕ ਲੈ ਜਾਂਦਾ ਹੈ, ਫਿਰ ਇੱਕ ਹੋ ਜਾਂਦੇ ਹਾਂ। ਪਰ ਇਹ ਤਾਂ ਹੀ ਹੁੰਦਾ ਹੈ ਜੇ ਅਸੀਂ ਗਰਭ ਨੂੰ ਛੱਡਦੇ ਹਾਂ, ਹੰਕਾਰ ਨੂੰ ਛੱਡਦੇ ਹਾਂ। ਪਰ ਜਿਹੜੇ ਹੰਕਾਰੀ ਲੋਕ ਨੇ ਉਹ ਪ੍ਰਭੂ ਨੂੰ ਨਹੀਂ ਮਿਲਣਾ ਚਾਹੁੰਦੇ, ਉਹ ਤਾਂ ਇੱਥੇ ਤੱਕ ਮੰਨਦੇ ਵੀ ਨਹੀਂ ਹਨ ਕਈ ਕਿ ਪਰਮੇਸ਼ਰ ਵੀ ਹੈ। ਜਿਵੇਂ ਹਰਨਾਕਸ਼, ਰਾਵਣ, ਇਹ ਵੀ ਨਹੀਂ ਸੀ ਮੰਨਦੇ। ਬਿਨ ਗੁਰ ਗਰਭ ਨਾ ਮੇਟਿਆ ਜਾਏ, ਸਮਝਾਉਂਦੇ ਨੇ ਕਿ ਗੁਰ ਤੋਂ ਬਿਨਾਂ ਹੰਕਾਰ ਨਹੀਂ ਮਿਟਦਾ, ਹੰਕਾਰ ਤੋਂ ਰਹਿਤ ਨਹੀਂ ਹੋ ਸਕਦੇ ਜਦ ਤੱਕ ਗੁਰ ਦਾ ਗਿਆਨ ਨਹੀਂ ਲੈਂਦੇ। ਗੁਰਮਤਿ ਧਰਮ ਧੀਰਜ ਹਰਿ ਨਾਏ, ਗੁਰ ਦੀ ਮਤ ਲੈ ਕੇ ਹੀ ਧਰਮ ਮਨ ਵਿੱਚ ਵਸਦਾ ਹੈ, ਧੀਰਜ ਆਉਂਦੀ ਹੈ, ਹਰੀ ਦਾ ਨਾਮ ਵਸਦਾ ਹੈ, ਕਿਉਂਕਿ ਇਹਦੇ ਨਾਲ ਹੀ ਇਹ ਮਨ ਦੇ ਵਿੱਚ ਨਾਮ ਵਸਦਾ ਹੈ। ਇਹ ਧਰਮ ਦੀ ਪੌੜੀ ਤੇ
ਬੜਭਾਗੀ ਜੀਵ ਚੱਲਦੇ ਨੇ। ਇਹ ਜਿਹੜਾ ਸੰਤ ਮਾਰਗ ਹੈ, ਮਹਾਰਾਜ ਸਮਝਾਉਂਦੇ ਨੇ, ਸੰਤ ਕਾ ਮਾਰਗ ਧਰਮ ਕੀ ਪੌੜੀ, ਕੋ ਬੜਭਾਗੀ ਪਾਏ। ਜਿੱਥੇ ਧਰਮ ਧੀਰਜ ਆਉਂਦੀ ਹੈ, ਪਰ ਇਹ ਗੁਰ ਤੋਂ ਬਿਨਾਂ, ਗੁਰ ਦੀ ਮੱਤ ਤੋਂ ਬਿਨਾਂ ਨਹੀਂ ਪ੍ਰਾਪਤ ਹੁੰਦਾ। ਨਾਨਕ ਨਾਮ ਮਿਲੈ ਗੁਣ ਗਾਏ। ਜਿਨ੍ਹਾਂ ਨੂੰ ਫਿਰ ਨਾਮ ਮਿਲਦਾ ਹੈ ਉਸ ਪ੍ਰਭੂ ਦਾ, ਜਿਨ੍ਹਾਂ ਤੇ ਦਇਆ ਕਰਦਾ ਹੈ, ਉਹ ਫਿਰ ਉਸ ਪ੍ਰਭੂ ਦੇ ਗੁਣ ਗਾਉਂਦੇ ਨੇ, ਉਹ ਗੁਰ ਦਾ ਗਿਆਨ ਦਿੰਦੇ ਨੇ, ਜਿਸ ਗੁਰ ਦੇ ਨਾਲ ਹਉਮੈ ਖਤਮ ਹੁੰਦੀ ਹੈ। ਜਿਸ ਨੂੰ ਭਾਲਦੇ ਭਾਲਦੇ ਸੰਸਾਰ ਚੋਂ ਕਿੰਨੇ ਚਲੇ ਗਏ, ਬੜੇ ਬੜੇ ਤਪਸਵੀ ਲੋਕ, ਜੋਗੀ, ਹੋਰ ਸੰਨਿਆਸੀ, ਰਿਸ਼ੀ ਮੁਨੀ ਆਪਣੇ ਜੀਵਨ ਨੂੰ ਹਾਰ ਕੇ ਚਲੇ ਗਏ। ਤੇ ਹੁਣ ਸਤਿਗੁਰਾਂ ਨੇ ਸਾਨੂੰ ਸਮਝਾ ਦਿੱਤਾ ਹੈ ਕਿ ਆਪਾਂ ਕਿਵੇਂ ਇਸ ਗਰਭ ਤੋਂ ਰਹਿਤ ਹੋ ਕੇ ਮੁਕਤ ਹੋ ਸਕਦੇ ਹਾਂ, ਪ੍ਰਭੂ ਨੂੰ ਮਿਲ ਸਕਦੇ ਹਾਂ। ਜਿਸ ਕਾਰਜ ਵਾਸਤੇ ਸਾਨੂੰ ਇਹ ਮਨੁੱਖਾ ਦੇਹੀ ਪ੍ਰਾਪਤ ਹੋਈ ਹੈ, ਉਸ ਕਾਰਜ ਨੂੰ ਆਪਾਂ ਪੂਰਾ ਕਰ ਸਕਦੇ ਹਾਂ। ਸੋ ਆਓ ਹੁਣ ਆਪਾਂ ਨਾਲ ਨਾਲ ਸਮਝੀਏ ਕਿ ਗੁਰ ਹੈ ਕੀ, ਹੰਕਾਰ ਹੈ ਕੀ, ਹਉਮੈ ਹੈ ਕੀ, ਮਨ ਹਉਮੈ ਤੋਂ ਰਹਿਤ ਕਿਵੇਂ ਹੁੰਦਾ ਹੈ। ਗੁਰ ਕਿਹੜਾ ਗੁਰ ਹੈ ਜਿਹੜਾ ਸਾਨੂੰ ਹਉਮੈ ਤੋਂ ਰਹਿਤ ਕਰਦਾ ਹੈ। ਕਿਉਂਕਿ ਜੇ ਆਪਾਂ ਹਉਮੈ ਨੂੰ ਬੁੱਝ ਲਿਆ ਤੇ ਫਿਰ ਦਰਦ ਦੀ ਸੋਝੀ ਵੀ ਹੋ ਜਾਂਦੀ। ਜਦੋਂ ਆਪਾਂ ਦੋ ਨੇਤਰਾਂ ਨੂੰ, ਕਿਉਂਕਿ ਜਿਹੜਾ ਆਪਣਾ ਰੂਪ ਹੈ ਸਾਰਿਆਂ ਦਾ, ਮਨ ਦਾ ਇੱਕ ਰੂਪ ਆ, ਉਹ ਵੀ ਪ੍ਰਕਾਸ਼ ਰੂਪ ਹੈ। ਸਾਰਿਆਂ ਦਾ ਪ੍ਰਕਾਸ਼ ਰੂਪ ਹੈ। ਪ੍ਰਕਾਸ਼ ਉਹ ਹੈ ਜਿਹਦਾ ਕੋਈ ਚੱਕਰ ਚਿਹਨ ਵਰਨ ਨਹੀਂ ਹੁੰਦਾ, ਲੇਕਿਨ ਸਾਡਾ ਸਾਰਿਆਂ ਦਾ ਇੱਕ ਚੱਕਰ ਚਿਹਨ ਹੈ। ਸਾਡਾ ਵਰਨ ਵੀ ਹੈ, ਜਾਤ ਵੀ ਹੈ, ਸਰੀਰ ਦੀ। ਲੇਕਿਨ ਮਨ ਇੱਥੇ ਆ ਕੇ ਭਰਮ ਦੇ ਵਿੱਚ ਪੈ ਗਿਆ, ਕਿਉਂਕਿ ਮਨ ਨੂੰ ਹਉਮੈ ਦੀ ਮਹਿਲ ਲੱਗ ਗਈ, ਮਨ ਸਥੂਲ ਹੋ ਗਿਆ। ਇਸ ਕਰਕੇ ਇਸ ਨੂੰ ਆਪਣੇ ਸੂਖਮ ਰੂਪ ਦਾ ਗਿਆਨ ਨਹੀਂ ਰਿਹਾ, ਪ੍ਰਕਾਸ਼ ਰੂਪ ਦਾ ਗਿਆਨ ਨਹੀਂ ਰਿਹਾ। ਇਸ ਕਰਕੇ ਅਸਥੂਲ ਹੋ ਗਿਆ ਹੈ। ਤੇ ਕਿੱਥੇ ਤੱਕ ਇਹ ਸੀਮਿਤ ਰਹਿ ਗਿਆ ਹੈ? ਇਹ ਕਰਮ ਧਰਮ ਤੱਕ ਸੀਮਿਤ ਰਹਿ ਗਿਆ ਹੈ। ਕਰਮ ਧਰਮ ਦੇ ਵਿੱਚ ਹੀ ਲੋਭੀ ਹੋ ਜਾਂਦਾ ਹੈ ਜੀ। ਇਸ ਨੂੰ ਇਹ ਸੰਪਰਕ ਪੈ ਗਿਆ ਕਿ ਮੈਂ ਪੰਜ ਤੱਤਾਂ ਤੋਂ ਜਨਮਿਆ ਹੋਇਆ ਹਾਂ। ਮਹਾਰਾਜ ਸਮਝਾਉਂਦੇ ਨੇ, ਇਹ ਮਨ ਕਰਮਾ, ਇਹ ਮਨ ਧਰਮਾ, ਇਹ ਮਨ ਪੰਜ ਤੱਤ ਤੇ ਪੰਜ ਤੱਤ ਤੇ ਜਨਮ। ਵੀ ਜਿਹੜਾ ਮਨ ਹੈ ਮੂਰਖਾਂ ਦਾ, ਉਹ ਸਮਝਦਾ ਵੀ ਮੈਂ ਤਾਂ ਕਰਮ ਵਾਸਤੇ ਆਇਆ ਹਾਂ, ਧਰਮ ਵਾਸਤੇ ਆਇਆ ਹਾਂ, ਤੇ ਮੈਂ ਪੰਜ ਤੱਤਾਂ ਤੋਂ ਜਨਮਿਆ ਹੋਇਆ ਹਾਂ। ਸਾਖਤ ਲੋਭੀ ਇਹ ਮਨ ਮੂੜਾ। ਕਹਿੰਦੇ ਐਸਾ ਮਨ ਮੂਰਖ ਹੈ, ਸਾਖਤ ਹੈ, ਲੋਭੀ ਹੈ। ਗੁਰਮੁਖ ਨਾਮ ਜਪੈ ਮਨ ਰੂੜਾ। ਜਿਹੜੇ ਗੁਰਮੁਖ ਨੇ ਉਹਨਾਂ ਦਾ ਮਨ ਸੁੰਦਰ ਹੈ। ਰੂੜਾ ਕਹਿੰਦੇ ਸੁੰਦਰ ਨੂੰ। ਉਹ ਫਿਰ ਨਾਮ ਜਪਦੇ ਨੇ, ਉਹ ਦੱਸਦੇ ਨੇ ਕਿਵੇਂ ਆਪਣੇ ਮਨ ਨੂੰ ਪ੍ਰਕਾਸ਼ ਰੂਪ ਦੇਖਣਾ ਹੈ। ਇਸ ਕਰਕੇ ਆਪਣਾ ਜਿਹੜਾ ਆਪਾਂ ਸਾਰਾ ਮੁੱਖ ਪ੍ਰਕਾਸ਼ ਹੈ, ਆਪਣਾ ਅਸਲੀ ਰੂਪ ਸਾਡਾ ਪ੍ਰਕਾਸ਼ ਹੈ, ਲੇਕਿਨ ਹੁਣ ਅਸਥੂਲ ਹੋ ਗਿਆ ਹੈ, ਕਿਉਂਕਿ ਹਉਮੈ ਦੀ ਮੈਲ ਲੱਗੀ ਹੈ। ਜਿਹੜੇ ਗੁਰਮੁਖਾਂ ਨੂੰ ਗੁਰ ਦਾ ਗਿਆਨ ਨਹੀਂ, ਜਿਹੜੇ ਰੋਜ਼ ਗੁਰ ਕਮਾਉਂਦੇ ਨੇ, ਉਹਨਾਂ ਦਾ ਮੁੱਖ ਪ੍ਰਕਾਸ਼ ਹੋ ਜਾਂਦਾ ਹੈ, ਉਹਨਾਂ ਦੀ ਹਉਮੈ ਖਤਮ ਹੋ ਜਾਂਦੀ ਹੈ, ਤੇ ਦੂਜੇ ਜੀਵਾਂ ਨੂੰ ਹਉਮੈ ਹੈ। ਆਪਾਂ ਨੂੰ ਕਿਵੇਂ ਪਤਾ ਲੱਗੇ ਕਿ ਅਸੀਂ ਹਉਮੈ ਦੇ ਵਿੱਚ ਹੈ? ਸਾਡਾ ਮਨ ਹਉਮੈ ਦੇ ਨਾਲ ਮੈਲਾ ਹੈ। ਜਦੋਂ ਆਪਾਂ ਦੋਨਾਂ ਨੇਤਰਾਂ ਨੂੰ ਇਸ ਪੁਆਇੰਟ ਤੇ ਸਮ ਕਰਦੇ ਹਾਂ, ਇੱਥੇ ਆਪਣੀ ਦ੍ਰਿਸ਼ਟੀ ਨੂੰ ਫੋਕਸ ਕਰਦੇ ਹਾਂ, ਫੋਕਸ ਕਰਕੇ ਦੇਖਦੇ ਹਾਂ, ਜੇ ਸਾਨੂੰ ਆਪਣਾ ਨੱਕ ਦਿਸਦਾ ਹੈ, ਸਾਨੂੰ ਆਪਣਾ ਇਹ ਦਿਸਦਾ, ਕਿਉਂਕਿ ਇੰਨਾ ਸਾਰਾ ਖੇਲ ਹੈ, ਇੰਨਾ ਹੀ ਖੇਲ ਹੈ। ਇੱਥੋਂ ਹੀ ਸਾਡੀ ਸਾਰਿਆਂ ਦੀ ਵੱਖਰੀ ਵੱਖਰੀ ਪਹਿਚਾਣ ਹੈ। ਜਦੋਂ ਇੱਥੇ ਆਪਾਂ ਦ੍ਰਿਸ਼ਟੀ ਫੋਕਸ ਕਰਕੇ ਦੇਖਦੇ ਹਾਂ, ਜੇ ਸਾਨੂੰ ਆਪਣਾ ਨੱਕ ਦਿਸਦਾ ਹੈ ਤਾਂ ਸਾਡਾ ਮਨ ਹਉਮੈ ਦੇ ਵਿੱਚ ਹੈ।
क्योंकि मैं लगी है, अस्थूल हो गया है। ਜਦੋਂ ਫਿਰ ਆਪਾਂ ਗੁਰ ਦਾ ਗਿਆਨ ਲੈ ਕੇ ਮਾਲਕ ਦੀ ਸ਼ਰਨ ਵਿੱਚ ਜਾਂਦੇ ਹਾਂ, ਉਹ ਸਾਡੀ ਹਉਮੈ ਕੱਢ ਦਿੰਦਾ ਹੈ। ਫਿਰ ਅਸੀਂ ਆ ਕੇ ਦੇਖਦੇ ਹਾਂ ਕਿ ਸਾਨੂੰ ਆਪਣਾ ਆਕਾਰ, ਇਹ ਨੱਕ ਦਾ ਆਕਾਰ ਨਜ਼ਰ ਨਹੀਂ ਆਉਂਦਾ, ਜਿੱਥੋਂ ਸਾਡਾ ਵੱਖਰਾ ਵੱਖਰਾ ਰੂਪ ਦਿਸਦਾ ਹੈ। ਕਿਉਂਕਿ ਆਪਾਂ ਸਾਰੇ ਇੱਕ ਰੂਪ ਹਾਂ, ਲੇਕਿਨ ਇੱਥੇ ਵੱਖਰੇ ਵੱਖਰੇ ਨੇ। ਫਿਰ ਜਦੋਂ ਇਹ ਦਿਸਣੋਂ ਹਟ ਜਾਂਦਾ ਹੈ, ਉਦੋਂ ਇੱਕ ਦ੍ਰਿਸ਼ਟ ਹੋ ਜਾਂਦਾ ਹੈ, ਉਦੋਂ ਇਸ ਦੀ ਹਉਮੈ ਖਤਮ ਹੋ ਜਾਂਦੀ ਹੈ। ਹੁਣ ਹਉਮੈ ਖਤਮ ਹੋਣ ਤੋਂ ਬਾਅਦ ਫਿਰ ਅਸੀਂ ਭਗਤੀ ਸ਼ੁਰੂ ਹੁੰਦੀ ਹੈ। ਫਿਰ ਜਦੋਂ ਅਸੀਂ ਗੁਰ ਨੂੰ ਕਮਾਉਂਦੇ ਹਾਂ, ਗੁਰ ਸਾਡਾ ਮੁੱਖ ਪ੍ਰਕਾਸ਼ ਕਰ ਦਿੰਦਾ ਹੈ। ਤੇ ਜਦੋਂ ਪ੍ਰਕਾਸ਼ ਹੋ ਜਾਂਦਾ ਹੈ ਸਾਹਮਣੇ, ਪ੍ਰਕਾਸ਼ ਦੇ ਵਿੱਚ ਇੱਕ ਰੂਪ ਹੋ ਜਾਂਦਾ ਹੈ, ਆਤਮ ਰੂਪ ਹੋ ਜਾਂਦਾ ਹੈ। ਤੇ ਆਤਮ ਨੂੰ ਧਿਆਉਂਦੇ ਧਿਆਉਂਦੇ ਪਰਮਾਤਮ ਰੂਪ ਹੋ ਜਾਂਦਾ ਹੈ। ਆਤਮਾ ਪਰਮਾਤਮਾ ਇੱਕ ਹੋ ਜਾਂਦੇ ਨੇ। ਏਦਾਂ ਇਹ ਭਗਤੀ ਹੈ। ਤੇ ਗੁਰ ਹੈ, ਜਦੋਂ ਆਪਾਂ ਇੱਥੇ ਸਮ ਕਰਦੇ ਹਾਂ, ਇਹ ਗਿਆਨ ਲੈਂਦੇ ਹਾਂ ਕਿ ਕਿਵੇਂ ਆਪਾਂ ਨੂੰ ਸੋਝੀ ਆਉਣੀ, ਇੱਥੋਂ ਗੁਰ ਦਾ ਪ੍ਰਚੰਡ ਗਿਆਨ ਸ਼ੁਰੂ ਹੋ ਜਾਂਦਾ ਹੈ। ਸਮ ਕਰਕੇ ਆਪਣੇ ਆਪ ਨੂੰ ਦੇਖਦੇ ਹਾਂ, ਇੱਥੋਂ ਇਹ ਰਸਤੇ ਦਰ 'ਤੇ ਆ ਜਾਂਦੇ, ਕਿਉਂਕਿ ਇੱਥੋਂ ਪ੍ਰਭੂ ਸਾਨੂੰ ਸਵੱਸ ਦੇ ਕੇ ਜਿਉਂਦਾ ਰੱਖਦਾ ਹੈ, ਪਲ ਰਿਹਾ ਹੈ। ਇੱਥੋਂ ਫਿਰ ਜਦੋਂ ਆਪਾਂ ਆਵਾਜ਼ ਦਿੰਦੇ ਹਾਂ ਕਿ ਧਿਆਨ ਸਾਹਮਣੇ ਲੈ ਕੇ ਆਓ, ਫਿਰ ਆਪਾਂ ਸਾਹਮਣੇ ਧਿਆਨ ਲਾਉਂਦੇ ਹਾਂ। ਫਿਰ ਆਵਾਜ਼ ਦਿੰਦੇ ਹਾਂ ਮਸਤਕ ਦੇ ਸਾਹਮਣੇ ਲੈ ਜੋ, ਪਲਕਾਂ ਉੱਤੇ ਚੁੱਕਦੇ ਹਾਂ। ਫਿਰ ਵਾਪਸ ਸਾਹਮਣੇ ਇੱਦਾਂ। ਫਿਰ ਇੱਥੇ ਇੱਦਾਂ ਜਦੋਂ ਇਹ ਜਿਹੜਾ ਗਿਆਨ ਹੈ, ਇਸ ਨੂੰ ਗੁਰ ਕਹਿ ਦਿੱਤਾ ਹੈ। ਕਿਵੇਂ ਗਿਆਨ ਲੈ ਕੇ ਆਪਣੇ ਘਰ 'ਚ ਜਾਣਾ ਹੈ, ਕਿਵੇਂ ਫਿਰ ਵਾਪਸ ਆਉਣਾ ਹੈ। ਇਹ ਜਿਹੜੀ ਭਗਤੀ ਦਾ ਗੁਰ ਹੈ, ਇੱਕ ਇਹ ਭਗਤੀ ਦੀ ਜੁਗਤੀ ਹੈ। ਭੁਗਤ ਗਿਆਨ ਦਾ ਭੰਡਾਰ, ਇਹ ਭੰਡਾਰ ਹੈ ਮਾਲਕ ਵੱਲੋਂ ਦਿੱਤਾ ਹੋਇਆ। ਘਟ ਘਟ ਵਾਜੈ ਨਾਦ, ਆਪ ਨਾਥ ਨਾਥੀ ਸਭ ਜਾ ਕੇ ਰਿਸਦਾਵਰਾ ਸਤ। ਹੁਣ ਆਪਾਂ ਪਹਿਲਾਂ ਦੇਖਣਾ ਹੈ ਆਪਣੇ ਆਪ ਨੂੰ। ਇੱਥੇ ਜੇ ਕੋਈ ਨਵਾਂ ਜੀਵ ਹੈ, ਇੱਥੇ ਦ੍ਰਿਸ਼ਟੀ ਫੋਕਸ ਕਰਕੇ ਆਪਾਂ ਇਹ ਦੇਖਣਾ ਹੈ ਕਿ ਸਾਨੂੰ ਨੱਕ ਤਾਂ ਨਹੀਂ ਦਿਸਦਾ। ਜੇ ਨਹੀਂ ਦਿਸਦਾ, ਫਿਰ ਅਸੀਂ ਹਉਮੈ ਤੋਂ ਰਹਿਤ ਹਾਂ। ਫਿਰ ਅਸੀਂ ਧਿਆ ਕੇ ਭਗਤੀ ਕਰਨੀ ਹੁੰਦੀ ਹੈ। ਜੇ ਨੱਕ ਦਿਸਦਾ ਹੈ, ਫਿਰ ਮਨ ਹਉਮੈ ਦੇ ਵਿੱਚ ਅਸਥੂਲ ਹੈ। ਇਸ ਕਰਕੇ ਪਹਿਲਾਂ ਆਪਾਂ ਸਮਝ ਲਵੋ, ਜੋ ਕੋਈ ਨਵਾਂ ਜੀਵ, ਉਸਨੇ ਖਾਸ ਕਰਕੇ ਸਮਝਣਾ ਹੈ। ਪਹਿਲਾਂ ਦ੍ਰਿਸ਼ਟੀ ਇੱਥੇ ਫੋਕਸ ਕਰਕੇ ਆਪਣੇ ਆਪ ਨੂੰ ਦੇਖਣਾ ਹੈ ਕਿ ਨੱਕ ਦਿਸਦਾ ਜਾਂ ਨਹੀਂ ਦਿਸਦਾ। ਜੇ ਦਿਸਦਾ ਹੈ, ਫਿਰ ਆਪਾਂ ਇਹ ਦੇਖਣਾ ਕਿਸ ਪਾਸਿਓਂ ਦਿਸਦਾ ਹੈ, ਸੱਜੇ ਖੱਬੇ ਜਾਂ ਵਿਚਾਲੇ। ਇੰਨਾ ਕੁ ਆਪਾਂ ਪਰਖ ਲੈਣਾ ਹੈ। ਕਿਉਂਕਿ ਜੇ ਆਪਾਂ ਇਹ ਪਰਖ ਲਾਂਗੇ ਪਹਿਲਾਂ, ਫਿਰ ਸਾਨੂੰ ਅੱਗੇ ਸੌਖਾ ਹੁੰਦਾ ਜਾਂਦਾ ਹੈ ਮਾਰਗ। ਫਿਰ ਇੱਥੋਂ ਮੈਂ ਆਪ ਜੀ ਨੂੰ ਆਵਾਜ਼ ਦੇਵਾਂਗਾ ਕਿ ਧਿਆਨ ਸਾਹਮਣੇ ਲੈ ਕੇ ਆਓ। ਇੱਥੋਂ ਫਿਰ ਆਪਾਂ ਧਿਆਨ ਸਾਹਮਣੇ ਲੈ ਜਾਣਾ ਹੈ। ਇੱਥੋਂ ਮੈਂ ਫਿਰ ਆਵਾਜ਼ ਦੇਵਾਂਗਾ ਕਿ ਧਿਆਨ ਨੂੰ ਮਸਤਕ ਦੇ ਸਾਹਮਣੇ ਲੈ ਜਾਓ। ਫਿਰ ਆਪਾਂ ਪਲਕਾਂ ਉੱਤੇ ਚੁੱਕ ਦੇਣੀ। ਧਿਆਨ ਸਾਡਾ ਕਿੱਧਰ ਨੂੰ ਜਾਵੇ? ਇੱਧਰ ਨੂੰ, ਇਸ ਪਾਸੇ ਨੂੰ, ਇੱਧਰ ਨੂੰ ਨਹੀਂ, ਮਸਤਕ ਦੇ ਸਾਹਮਣੇ ਅੱਗੇ। ਇੱਦਾਂ ਫਿਰ ਜਦੋਂ ਕਵਾਂਗਾ ਸਾਹਮਣੇ, ਵਾਪਸ ਫਿਰ ਸਾਹਮਣੇ ਲੈ ਕੇ ਆਉਣਾ। ਫਿਰ ਜਦੋਂ ਕਵਾਂਗਾ ਸਮ ਕਰਕੇ ਦੇਖੋ, ਦ੍ਰਿਸ਼ਟੀ ਫੋਕਸ ਕਰਕੇ ਦੇਖੋ, ਫਿਰ ਇੱਥੇ ਫੋਕਸ ਕਰਕੇ ਦ੍ਰਿਸ਼ਟੀ ਨੂੰ ਫਿਰ ਆਪਣੇ ਆਪ ਨੂੰ ਦੇਖਣਾ ਹੈ। ਜੇ ਕੋਈ ਨਵਾਂ ਜੀਵ ਜਿਸ ਨੂੰ ਪਹਿਲਾਂ ਨੱਕ ਦਿਸਦਾ ਸੀ, ਉਸਨੇ ਦੇਖਣਾ ਹੈ ਕਿ ਦਿਸ ਨੂੰ ਹਟ ਗਿਆ ਨੱਕ। ਫਿਰ ਉਹ ਸਮਝ ਲਓ ਵੀ ਉਸਦੀ ਹਉਮੈ ਖਤਮ ਹੋ ਗਈ। ਉਹ ਦੈਂਤ ਤੋਂ ਦੇਵਤਾ ਬਣ ਗਿਆ। ਤੇ ਜਿਹੜੇ ਦੂਜੇ ਜੀਵ ਨੇ, ਜਿਹੜੇ ਰੋਜ਼ ਤੇ ਆਉਂਦੇ ਨੇ, ਉਹਨਾਂ ਆਪਣੇ ਪ੍ਰਕਾਸ਼ ਰੂਪ ਨੂੰ ਦੇਖਣਾ ਹੈ। ਕਿਉਂਕਿ ਆਪਣੇ ਆਪ ਨੂੰ ਦੇਖਦੇ ਰਹਿਣਾ ਹੁੰਦਾ ਹੈ ਕਿ ਕਿਤੇ ਸਾਨੂੰ ਮੈਲ ਤਾਂ ਨਹੀਂ ਲੱਗੀ, ਮੁੱਖ ਤੇ ਸਾਨੂੰ ਸ਼ਾਹੀ ਤਾਂ ਨਹੀਂ ਨਜ਼ਰ ਆਉਂਦੀ। ਜੇ ਨਜ਼ਰ ਆਉਂਦੀ ਹੈ, ਫਿਰ ਧਿਆਉਣਾ ਸ਼ੁਰੂ ਕਰ ਦੇਣਾ ਹੈ। ਫਿਰ ਮੁੱਖ ਪ੍ਰਕਾਸ਼ ਹੋ ਜਾਂਦਾ ਹੈ। ਸੋ ਆਓ ਪਹਿਲਾਂ ਦ੍ਰਿਸ਼ਟ ਨੇਤਰ ਸਮ ਕਰੀਏ, ਆਪਣੇ ਆਪ ਨੂੰ ਥੋੜ੍ਹਾ ਪਰਖੋ, ਫਿਰ ਅੱਗੇ ਧਿਆਨ ਚਲਦੇ ਹਾਂ।
सामने लेके आओ ध्यान। मस्तक दे सामने लै जो, पलका उत्ते चुक दो। फिर सामने लेके आओ। फिर सम करके देखो, दृष्टि फोकस करके अपने आप ਨੂੰ देखो। जे कोई नवा जीव, जे नक पहला दिसता सी, हुण उसने देखना है कि दिसनों हट गया। जे दिसनों हट गया तो एक दृष्ट हो गया, तो हौमे तो रहित हो गया। फिर भगती शुरू होती है, फिर त्याग के मुख उजल होता है। दूजे अपने प्रकाश रूप ਨੂੰ देखो। नीचे ले जाओ हम ध्यान, बिल्कुल रिलैक्स देखना है। थल्ले तो थोड़ा जा उत्ते देखने की कोशिश करनी है। जो भी थल्ले आपां विछाया है, जिथे आपां बैठे, फर्ज करो बैड ते बैठे हैं, चादर विछी है, चादर तो थोड़ा जा उत्ते देखने की कोशिश करनी है। अपने तो 2-3 फुट अगे ध्यान ले जाना है। इस पॉइंट नूं छड्ड देना हुंदा है ते थोड़ा जा जो थले विछे उस तो थोड़ा जा उत्ते देखने की कोशिश करनी है, पर जोर नहीं लगाना, रिलैक्स। इत्थे सानू एक प्रकाश की अनुभव, हलचल अनुभव होनी शुरू हो जाती है। पहला शुरुआती हुंदा है, जिहड़े जीव काफ़ी समय तो चलते हैं, उन्होंने एकसार ही नज़र आता है। हलचल खत्म हो जाती, जो जो साडे मन की स्थिरता आ जाती है, तो इत्थे भी साडा अनुभव एक चमक रह जाता है। सूक्ष्म हो जाता, सूक्ष्म ते सूक्ष्म हो जाना है उस प्रभु ने, इत्थे जो प्रकाश है।
सामने लेके आइए ध्यान। मस्तक दे सामने ले जाओ, पलकों ते जाओ। फिर सामने लेके आइए। और नीचे ले जाओ ध्यान।
सम करके देखो अपने आप ਨੂੰ। वाहिगुरु जी का खालसा वाहिगुरु जी की फतेह। सो गुरमुख प्यारिओ, इस तरीके दे नाल आपां अपने मन की हौमे नूं खत्म करना है, मन नूं प्रकाश करना है, मन नूं नाम दे रंग दे विच रंगना है, मन नूं सुंदर बनाना है। ये मन सुंदर अपना हर नाम मजीठै रंगरी, इसनूं उसदे रंग दे विच रंगना है। मजीठ दा रंग चाड़ना है, जिहड़ा फिर उतरदा नहीं है। इस माया दा रंग नूं उतार देना, जो कुसुम दा रंग है। इस तरीके नाल त्याउंदे रहना है। जिहड़े त्याउंदे ने वो अपनी कालना काल के जांदे ने, जिहड़े त्याउंदे नहीं है सिर्फ मुखों ही करन वाले ने, उन्हां दा कीता होया थाए नहीं पैंदा। क्योंकि परमेश्वर दे कोल सिर्फ ध्यान मार्ग दा मुल पैंदा है। ध्यान चितवना है, उस मालिक दे विच ध्यान जोड़ना है, भरम दे विच नहीं जाना। सो आओ इन्नी विचार करते हैं, बहुत सारिया भुलां हो जांदियां हन। आप संगत सतगुरु जी बख्शण योग हो, बख्श लेना जी। वाहिगुरु जी का खालसा वाहिगुरु जी की फतेह।